ज्ञान है मानक भगत वैरागो। श्री गुरु ग्रंथ साहिब उदद बंदों कर अनुराग। एक अंकार सतगुरु तेह प्रसाद सच होए। वाहिगुरु जी की फतेह है विघ्न विनाशन सोए। श्री वाहिगुरु जी की फतेह है विघ्न विनाशन सोए। समाज बिलंद हर लह पुर हर खाए दीन जेत है। वाहिगुरु जी का खालसा वाहिगुरु जी की फतेह। गुरु ग्रंथ साहिब जियां दी पवित्र पावन हजूरी अंदर जुड़ मिल करके बैठी हुई गुरु प्यारी गुरु सवारी खालसा साध संगत जियो। आप संगत ने गुरु दरबार अंदर बैठ के गुरबाणी दे रस भिन्ने कीर्तन शब्द सरवण कीते। साहिब गुरु तेग बहादुर महाराज साहब जियां दे जीवन की कथा ਆਪਾਂ ਸਰਵਨ ਕਰ ਰਹੇ ਹਾਂ। ਮਹਾਰਾਜ ਸਾਹਿਬ ਜੀ ਦਿੱਲੀ ਵਿਖੇ ਬਾਦਸ਼ਾਹ ਔਰੰਗਜ਼ੇਬ ਨੇ ਕੈਦ ਵਿੱਚ ਮਹਾਰਾਜ ਜੀ ਨੂੰ ਬਿਠਾਇਆ ਹੋਇਆ। ਇਸ ਵੇਲੇ ਔਰੰਗਜ਼ੇਬ ਸੋਚਦਾ ਪਿਆ ਹੈ ਕਿ ਸਤਿਗੁਰੂ ਪਾਤਸ਼ਾਹ ਇੱਕ ਐਸੇ ਨੇ ਜਿਨ੍ਹਾਂ ਨੇ ਮੇਰੇ ਸੁਪਨੇ ਨੂੰ ਪੂਰਾ ਨਹੀਂ ਹੋਣ ਦਿੱਤਾ। ਮੈਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹਾਂ। ਇਹ ਸਤਿਗੁਰੂ ਜਿਹੜੇ ਹਨ ਇਹ ਨਾ ਤੇ ਆਪ ਮੁਸਲਮਾਨ ਬਣਦੇ ਤੇ ਨਾ ਹੀ ਦੂਸਰਿਆਂ ਨੂੰ ਬਣਨ ਵਾਸਤੇ ਆਖਦੇ। ਬੜੇ ਗੁੱਸੇ ਦੇ ਵਿੱਚ ਇਸ ਨੇ ਆਪਣਾ ਇੱਕ ਵਜ਼ੀਰ ਬੁਲਾਇਆ, ਇੱਕ ਬੜਾ ਸਿਆਣਾ ਕਾਜੀ ਬੁਲਾਇਆ ਹੈ। ਉਹਨਾਂ ਦੋਨਾਂ ਨੂੰ ਬੁਲਾ ਕੇ ਬਾਦਸ਼ਾਹ ਕਹਿ ਰਿਹਾ, ਕਹਿਣ ਲੱਗਾ ਜਾਓ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਾ ਕੇ ਸਮਝਾਓ ਵੀ ਜਿਵੇਂ ਕਿਵੇਂ ਕਰਕੇ ਇਸਲਾਮ ਧਰਮ ਨੂੰ ਕਬੂਲ ਕਰ ਲੈਣਾ ਕਰਨ। ਇਹ ਪ੍ਰਸੰਗ ਇਤਿਹਾਸ ਜੋ ਆਪਾਂ ਪਿੱਛੇ ਸਰਵਣ ਕੀਤਾ, ਇਹ ਵਜ਼ੀਰ ਕੀ ਆਖਦਾ ਸਤਿਗੁਰਾਂ ਨੂੰ ਆ ਕੇ, ਸਤਿਗੁਰੂ ਕੀ ਜਵਾਬ ਦੇਣਗੇ, ਇਹ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਔਰੰਗਜ਼ੇਬ ਦਾ ਜਿਹੜਾ ਵਜ਼ੀਰ ਹੈ, ਔਰੰਗਜ਼ੇਬ ਉਸ ਨੂੰ ਕਹਿ ਰਿਹਾ ਸਤਿਗੁਰਾਂ ਨੂੰ ਜਾ ਕੇ ਆਖੋ ਤੁਹਾਨੂੰ ਰਾਜ ਭਾਗ ਦੇ ਦਿੰਦੇ ਆ। ਕਿਹੜੇ ਇਲਾਕੇ ਦਾ ਰਾਜ ਚਾਹੀਦਾ? 22 ਸੂਬੇ ਨੇ ਹਿੰਦੁਸਤਾਨ ਦੇ, 22 ਸੂਬਿਆਂ ਵਿੱਚੋਂ ਦੱਸਣ ਵੀ ਕਿਹੜਾ ਸੂਬਾ ਚਾਹੀਦਾ। ਉਸ ਸੂਬੇ ਦਾ ਸੂਬੇਦਾਰ ਬਣਾ ਦਿੰਦੇ ਆ, ਮਾਲਕ ਬਣਾ ਦਿੰਦੇ ਆ। ਰਾਜ ਭਾਗ ਵੀ ਦੇਵਾਂਗੇ ਔਰ ਨਿੱਕਾ ਨਹੀਂ ਵੱਡਾ ਰਾਜ, ਜਿਹੜੇ ਵੀ ਰਾਜ ਤੇ ਉਂਗਲ ਰੱਖ ਦੇਣ ਉਹ ਰਾਜ ਭਾਗ ਦਾ ਅਸੀਂ ਮਾਲਕ ਬਣਾ ਦਿੰਦੇ ਹਾਂ। ਪਰ ਇਹ ਤਾਂ ਮਿਲੇਗਾ ਜੇ ਸਤਿਗੁਰੂ ਖੁਸ਼ ਹੋ ਕੇ ਆਪਣੀ ਮਰਜ਼ੀ ਦੇ ਨਾਲ ਸਾਡੇ ਧਰਮ ਦੇ ਵਿੱਚ ਆ ਜਾਣ। ਅਸੀਂ ਰਾਜ ਭਾਗ ਦੇ ਦਿਆਂਗੇ, ਜਿਹੜਾ ਵੀ ਰਾਜ ਚਾਹੀਦਾ, ਜਿੰਨੀ ਮਾਇਆ ਚਾਹੀਦੀ ਹੈ, ਜੋ ਵੀ ਮੰਗਣਗੇ ਉਸੇ ਵੇਲੇ ਮਿਲੇਗਾ। ਪਰ ਸਾਡੇ ਧਰਮ ਦੇ ਵਿੱਚ ਆਉਣਾ ਕਰਨ, ਅਸੀਂ ਆਪਣੇ ਧਰਮ ਦੇ ਵਿੱਚ ਲਿਆਉਣ ਵਾਸਤੇ ਇਹ ਸਭ ਕੁਝ ਦੇਣ ਵਾਸਤੇ ਤਿਆਰ ਹਾਂ। ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਹ ਵੀ ਬਚਨ ਸਰਵਣ ਕੀਤਾ ਸੀ। ਔਰੰਗਜ਼ੇਬ ਨੇ ਇੱਥੋਂ ਤੱਕ ਆਖਿਆ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਪਣਾ ਜਵਾਈ ਬਣਾ ਲਵਾਂਗਾ, ਆਪਣੀ ਲੜਕੀ ਦਾ ਰਿਸ਼ਤਾ ਉਹਨਾਂ ਦੇ ਨਾਲ ਵੀ ਕਰਨ ਨੂੰ ਤਿਆਰ ਹਾਂ ਜੇ ਉਹ ਆਪਣਾ ਧਰਮ ਛੱਡ ਕੇ ਤੇ ਇਸਲਾਮ ਧਰਮ ਨੂੰ ਕਬੂਲ ਕਰ ਲੈਣ। ਇਹ ਵੀ ਇੱਕ ਉਸਨੇ ਆਪਣੇ ਵੱਲੋਂ ਸਤਿਗੁਰਾਂ ਦੇ ਅੱਗੇ ਇੱਕ ਪੇਸ਼ਕਸ਼ ਰੱਖੀ ਹੈ, ਮੈਂ ਲੜਕੀ ਦਾ ਰਿਸ਼ਤਾ ਕਰ ਦੇਵਾਂ, ਮੈਂ ਰਾਜ ਦੇ ਦੇਵਾਂ। ਭਾਵੇਂ ਕਿ ਇਹ ਬਾਦਸ਼ਾਹ ਦੀ ਨੀਤੀ ਗਲਤ ਹੈ, ਪਰ ਫਿਰ ਵੀ ਆਪਣੇ ਧਰਮ ਨੂੰ ਵਧਾਉਣ ਵਾਸਤੇ ਉਹ ਜੋ ਉਹਦੇ ਕੋਲ ਹੈ ਉਹ ਸਭ ਕੁਝ ਦੇਣ ਨੂੰ ਤਿਆਰ ਹੈ, ਮੇਰਾ ਧਰਮ ਵਧੇ। ਤੇ ਦੂਸਰੇ ਪਾਸੇ ਗੁਰਮੁਖੋ ਆਪਾਂ ਕਦੇ ਯਤਨ ਕੀਤਾ ਵੀ ਸਾਡਾ ਵੀ ਧਰਮ ਵੱਧ ਜਾਵੇ, ਕਦੇ ਪ੍ਰੇਰਿਆ ਕਿਸੇ ਨੂੰ ਸਿੱਖੀ ਦੇ ਵੱਲ, ਕਦੇ ਗੁਰਬਾਣੀ ਦੇ ਵੱਲ। ਅਸੀਂ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਜਾਣਦੇ ਵੀ ਅੱਗੇ ਵੱਧ ਗਿਆ, ਇਹਨੂੰ ਪਿੱਛੇ ਕਿਵੇਂ ਲੈ ਕੇ ਆਉਣਾ।
ਜੋੜਨਾ ਨਹੀਂ, ਹਰ ਵੇਲੇ ਤੋੜਨ ਦਾ ਯਤਨ ਕਰੀਦਾ, ਡਰਾਉਣ ਦਾ ਯਤਨ ਕਰੀਦਾ, ਪਰੇ ਕਰਨ ਦਾ ਯਤਨ ਕਰੀਦਾ। ਯਤਨ ਤੇ ਇਹ ਹੋਣਾ ਚਾਹੀਦਾ ਵੀ ਇਸ ਨੂੰ ਧਰਮ ਦੇ ਨਾਲ ਕਿਵੇਂ ਜੋੜਿਆ ਜਾਵੇ, ਕਿਹੜੀ ਇਹਦੀ ਮਨਸ਼ਾ ਹੈ, ਕਿਹੜਾ ਇਹਦੇ ਮਨ ਦਾ ਵਿਚਾਰ ਹੈ, ਕਿਹੜੀ ਇਹਦੀ ਜ਼ਰੂਰਤ ਹੈ ਜਿਹਦੇ ਵਾਸਤੇ ਧਰਮ ਨਾਲ ਜੁੜ ਸਕਦਾ, ਉਹ ਪੂਰੀ ਕੀਤੀ ਜਾਵੇ। ਪਰ ਨਹੀਂ ਹੁੰਦੀ ਹੈ। ਲੱਖਾਂ ਰੁਪਈਏ ਅਸੀਂ ਇਕੱਠੇ ਕਰਕੇ ਬੜੇ ਬੜੇ ਸਵਾਦਿਸ਼ਟ ਲੰਗਰਾਂ ਦੇ ਉੱਪਰ ਲਾ ਦਿੰਦੇ ਆ, ਲੋਕਾਂ ਨੂੰ ਰੋਕ ਰੋਕ ਕੇ ਰੱਸੇ ਬੰਨ ਕੇ ਸੜਕ 'ਤੇ ਰੋਕਿਆ ਜਾਂਦਾ। ਲੱਖਾਂ ਦੇ ਲੰਗਰ ਛਕਾ ਦਿੱਤੇ, ਸਵੇਰੇ ਲਾਏ, ਸ਼ਾਮ ਨੂੰ ਫਤਿਹ ਹੋ ਗਏ। ਪਰ ਜੇ ਉਹੀ ਮਾਇਆ ਦਾਲ ਫੁਲਕਾ ਖਵਾ ਕੇ ਤੇ ਬਾਕੀ ਬਚੇ ਪੈਸਿਆਂ ਦੇ ਨਾਲ ਗਰੀਬ ਬੱਚਿਆਂ ਵਾਸਤੇ ਸਕੂਲ ਖੋਲ੍ਹਿਆ ਜਾਵੇ, ਗਰੀਬ ਵਿਅਕਤੀ ਵਾਸਤੇ ਕੋਈ ਇਲਾਜ ਕਰਵਾਇਆ ਜਾਏ, ਤੇ ਤੁਹਾਨੂੰ ਕਹਿਣ ਦੀ ਲੋੜ ਨਹੀਂ। ਜੇ ਤੁਸੀਂ ਇੰਨੀ ਮਦਦ ਕਿਸੇ ਦੀ ਕੀਤੀ ਨਾ, ਉਹ ਆਪਣੇ ਆਪ ਹੀ ਧਰਮ ਨੂੰ ਕਬੂਲ ਕਰ ਲਵੇਗਾ, ਮੰਨ ਲਵੇਗਾ। ਪਰ ਪਤਾ ਨਹੀਂ ਇਹ ਸਮਝ ਸਾਨੂੰ ਕਦੋਂ ਆਏਗੀ। ਔਰੰਗਜ਼ੇਬ ਬਾਦਸ਼ਾਹ ਕਹਿ ਰਿਹਾ ਹੈ, ਕਹਿਣ ਲੱਗਾ ਸਤਿਗੁਰੂ ਨੂੰ ਕਹੋ ਜੇ ਖੁਸ਼ ਹੋ ਕੇ ਧਰਮ ਦੇ ਵਿੱਚ ਆ ਜਾਣ, ਰਾਜ ਭਾਗ ਮੰਗਣਗੇ ਮੈਂ ਦੇ ਦੇਵਾਂਗਾ। ਜੇ ਮੇਰੀ ਲੜਕੀ ਦਾ ਰਿਸ਼ਤਾ ਵੀ ਕਹਿਣ ਤੇ ਮੈਂ ਉਹ ਵੀ ਕਰਨ ਵਾਸਤੇ ਤਿਆਰ ਹਾਂ, ਪਰ ਇਸਲਾਮ ਨੂੰ ਕਬੂਲ ਕਰਨਾ। ਕਿਤਾਬਾਂ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਨਾ, ਕਿਤਾਬਾਂ ਜਿਨ੍ਹਾਂ ਨੂੰ ਕਿਹਾ ਜਾਂਦਾ, ਮੁਸਲਮਾਨ ਧਰਮ ਦੇ 4 ਗ੍ਰੰਥ ਨੇ। ਉਹਨਾਂ ਗ੍ਰੰਥਾਂ ਵਿੱਚ ਜਿੰਨੇ ਵੀ ਉਪਾਅ ਲਿਖੇ ਨੇ ਵੀ ਕਿਸੇ ਬੰਦੇ ਨੂੰ ਮੁਸਲਮਾਨ ਕਿਵੇਂ ਬਣਾਉਣਾ ਹੈ, ਜਿੰਨੇ ਵੀ ਦਾ ਪੇਚ ਲਿਖੇ ਨੇ, ਉਹ ਸਾਰੇ ਪੜ੍ਹ ਕੇ ਗੁਰੂ ਨੂੰ ਸਮਝਾਉਣਾ ਕਰੋ। ਤੇ ਸਤਿਗੁਰਾਂ ਨੂੰ ਉਹਨਾਂ ਦੀਆਂ ਸ਼ੁਰਤੀਆਂ ਪੜ੍ਹ ਕੇ, ਉਹਨਾਂ ਦੀਆਂ ਪੰਕਤੀਆਂ ਪੜ੍ਹ ਕੇ ਜੋ ਕੁਝ ਲਿਖਿਆ ਕਿਤਾਬਾਂ ਦੇ ਵਿੱਚ ਸਤਿਗੁਰਾਂ ਨੂੰ ਸੁਣਾਓ ਤੇ ਮਨਾ ਲਵੋ। ਉਹਨਾਂ ਦਾ ਮਨ ਪ੍ਰੇਰੋ, ਮਨ ਪ੍ਰੇਰ ਕੇ ਉਹਨਾਂ ਨੂੰ ਮਨਾਓ ਇਸਲਾਮ ਧਰਮ ਕਬੂਲ ਕਰਨ ਵਾਸਤੇ। ਤੇ ਜਿਵੇਂ ਕਿਵੇਂ ਕਰਕੇ ਸਤਿਗੁਰਾਂ ਨੂੰ ਮੁਸਲਮਾਨ ਬਣਾਓ। ਆਪਣੇ ਇੱਕ ਖਾਸ ਵਜ਼ੀਰ ਨੂੰ ਕਹਿ ਰਿਹਾ ਔਰੰਗਜ਼ੇਬ, ਤੇ ਇੱਕ ਬੜਾ ਸਿਆਣਾ ਕਾਜੀ ਇਸ ਨੇ ਕੋਲ ਬਿਠਾਇਆ ਹੋਇਆ, ਜਿਸ ਨੂੰ ਧਰਮ ਦਾ ਔਰ ਧਾਰਮਿਕ ਗ੍ਰੰਥਾਂ ਦਾ ਬੜਾ ਗਿਆਨ ਹੈ। ਆਖਿਆ ਜਿਵੇਂ ਕਿਵੇਂ ਕਰੋ, ਧਰਮਾਂ ਦੀਆਂ ਉਦਾਹਰਨਾਂ ਦੇ ਕੇ, ਗ੍ਰੰਥ ਦੀਆਂ ਉਦਾਹਰਨਾਂ ਦੇ ਕੇ ਮਹਾਰਾਜ ਨੂੰ ਮੁਸਲਮਾਨ ਧਰਮ ਵਿੱਚ ਲੈ ਕੇ ਆਉਣਾ ਕਰੋ। ਤੇ ਕਹਿਣ ਲੱਗੇ ਵੀ ਇਸ ਦੇ ਨਾਲ ਸਬਾਬ ਕਹੀਏ ਵੀ ਇਹ ਬੜਾ ਵੱਡਾ ਪੁੰਨ ਹੈ। ਗੁਰੂ ਨੂੰ ਇਹ ਗੱਲ ਕਹੋ ਵੀ ਜੇ ਤੁਸੀਂ ਇਸਲਾਮ ਨੂੰ ਕਬੂਲ ਕਰ ਲਿਆ ਤੇ ਤੁਸੀਂ ਬੜਾ ਵੱਡਾ ਪੁੰਨ ਕਰ ਲਵੋਗੇ, ਇਹ ਤੁਹਾਡੇ ਵਾਸਤੇ ਬੜੀ ਚੰਗੀ ਗੱਲ ਹੋਵੇਗੀ, ਇਸ ਤਰ੍ਹਾਂ ਕਹਿਣਾ ਕਰੋ। ਤੇ ਇਸੇ ਤਰ੍ਹਾਂ ਮੈਂ ਚਾਹੁੰਦਾ ਹਾਂ ਕਿ ਮੇਰਾ ਧਰਮ ਵੱਧ ਤੋਂ ਵੱਧ ਵਧੇ, ਇਹ ਮੇਰੇ ਮਨ ਦੀ ਮਨਸ਼ਾ ਔਰੰਗਜ਼ੇਬ ਆਖਦਾ ਹੈ। ਤੇ ਨਾ ਮੇਰੇ ਵਰਗਾ ਕੋਈ ਹੋਇਆ, ਨਾ ਮੇਰੇ ਵਰਗਾ ਕੋਈ ਹੋਵੇਗਾ। ਔਰੰਗਜ਼ੇਬ ਇਹ ਗੱਲ ਕਹਿ ਰਿਹਾ ਹੈ, ਮੈਂ ਖੁਦਾ ਦੇ ਅੱਗੇ ਏਡੀ ਵੱਡੀ ਭੇਟ ਰੱਖਦਾ ਪਿਆ, ਮੇਰੇ ਵਰਗਾ ਕੋਈ ਇਸਲਾਮ ਨੂੰ ਵਧਾਉਣ ਵਾਲਾ ਰਾਜਾ ਨਹੀਂ ਹੋਇਆ, ਨਾ ਹੀ ਅੱਗੇ ਆਉਣ ਵਾਲੇ ਸਮੇਂ ਵਿੱਚ ਮੇਰੇ ਵਰਗਾ ਕੋਈ ਇਸ ਤਰ੍ਹਾਂ ਦਾ ਰਾਜਾ ਹੋਵੇਗਾ। ਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਤਿਮ ਹਿੰਦਨ ਮੈਂ ਗੁਰੂ ਸਮਾਨ। ਸੋ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਹਿੰਦੂ ਧਰਮ ਵਿੱਚ ਸਮਾਨ ਹਨ। ਜਿਵੇਂ ਮੇਰੇ ਵਰਗਾ ਕੋਈ ਨਹੀਂ ਹੈ, ਜਿਵੇਂ ਮੈਂ ਇਸਲਾਮ ਧਰਮ ਦੇ ਵਿੱਚ ਇੱਕ ਇਲੌਤਾ ਰਾਜਾ ਹਾਂ ਜਿਹੜਾ ਇਸਲਾਮ ਨੂੰ ਵਧਾਉਣ ਵਾਸਤੇ ਆਪਣੀ ਲੜਕੀ ਦਾ ਰਿਸ਼ਤਾ ਕਰਨ ਨੂੰ ਤਿਆਰ ਹਾਂ, ਰਾਜ ਭਾਗ ਦੇਣ ਨੂੰ ਤਿਆਰ ਹਾਂ, ਜਿਵੇਂ ਇਸਲਾਮ ਧਰਮ ਦੇ ਵਿੱਚ ਮੇਰੇ ਵਰਗਾ ਕੋਈ ਨਹੀਂ, ਇਵੇਂ ਗੁਰੂ ਪਾਤਸ਼ਾਹ ਵਰਗਾ ਵੀ ਦੂਜਾ ਕੋਈ ਨਹੀਂ ਹੈ ਜਿਹੜੇ ਆਪਣੇ ਧਰਮ ਦੇ ਉੱਪਰ ਟਿਕੇ ਹੋਏ ਹਨ। ਜੇ ਸਤਿਗੁਰੂ ਪਾਤਸ਼ਾਹ ਕਿਤੇ ਕਲਮਾ ਪੜ੍ਹ ਲੈਣ, ਮੁਸਲਮਾਨ ਧਰਮ ਵਿੱਚ ਆਉਣ ਵਾਸਤੇ ਜੇ ਕਲਮਾ ਸਵੀਕਾਰ ਕਰਕੇ ਕਲਮਾ ਪੜ੍ਹ ਲੈਣ, ਮੰਤਰ ਪੜ੍ਹ ਲੈਣ, ਸਾਡੇ ਧਰਮ ਵਿੱਚ ਆਉਣਾ ਕਰਨ, ਤੇ ਉਸ ਵੇਲੇ ਇਹਦੇ ਜਿੰਨੇ ਸਿੱਖ ਨੇ, ਹੁਣ ਮੁੱਢ ਨੂੰ ਤਾਂ ਹੀ ਪਕੜਿਆ ਨਾ, ਜੇ ਗੁਰੂ ਮੁਸਲਮਾਨ ਬਣੇਗਾ, ਜਿੰਨੇ ਚੇਲੇ ਨੇ ਮਗਰ ਉਹਨਾਂ ਨੂੰ ਬਣਾਉਣ ਦੀ ਲੋੜ ਨਹੀਂ, ਚੇਲਿਆਂ ਨੇ ਆਪਣੇ ਆਪ ਮੁਸਲਮਾਨ ਬਣ ਜਾਣਾ। ਜਿਹੜੇ ਗੁਰੂ ਨੂੰ ਮੰਨਣ ਵਾਲੇ ਨੇ ਉਹਨਾਂ ਨੇ ਗੁਰੂ ਦੇ ਪਿੱਛੇ ਆਪਣੇ ਆਪ ਇਸਲਾਮ ਧਰਮ ਨੂੰ ਕਬੂਲ ਕਰਨਾ ਹੈ। ਔਰੰਗਜ਼ੇਬ ਆਖਦਾ ਇੱਕ ਨਹੀਂ ਲੱਖਾਂ ਲੋਕ ਮੁਸਲਮਾਨ ਬਣਨਗੇ ਇੱਕ ਗੁਰੂ ਦੇ ਬਣਨ ਕਰਕੇ। ਉਹ ਜ਼ੋਰ ਕਿਉਂ ਲਾਉਂਦਾ ਪਿਆ? ਲੱਖਾਂ ਲੋਕਾਂ ਨੂੰ ਮੁਸਲਮਾਨ ਬਣਾਉਣਾ ਔਖਾ, ਇੱਕ ਨੂੰ ਬਣਾਉਣਾ ਸੌਖਾ। ਇੱਕ ਗੁਰੂ ਮੁਸਲਮਾਨ ਬਣੇ, ਹਿੰਦੂ ਅਤੇ ਸਿੱਖ ਸਾਰੇ ਆਪਣੇ ਆਪ ਮੁਸਲਮਾਨ ਬਣ ਜਾਣਗੇ।
ਤੇ ਕਹਿਣ ਲੱਗੇ ਸਤਿਗੁਰਾਂ ਵੱਲ ਵੇਖ ਕੇ ਕੋਈ ਸਾਡੇ ਅੱਗੇ ਅੜੇਗਾ ਨਹੀਂ, ਫਿਰ ਕੋਈ ਇਹ ਨਹੀਂ ਕਹੇਗਾ ਵੀ ਮੈਂ ਨਹੀਂ ਇਸਲਾਮ ਕਬੂਲ ਕਰਨਾ। ਜੇ ਕੋਈ ਆਖੇਗਾ ਤੇ ਅਸੀਂ ਗੁਰੂ ਦੀ ਉਦਾਹਰਨ ਦੇਵਾਂਗੇ ਵੀ ਵੇਖੋ ਗੁਰੂ ਵੀ ਮੁਸਲਮਾਨ ਬਣ ਗਿਆ। ਸਤਿਗੁਰਾਂ ਦੇ ਵੱਲ ਵੇਖ ਕੇ ਫਿਰ ਸਾਡੇ ਅੱਗੇ ਕੋਈ ਅੜੇਗਾ ਨਹੀਂ, ਕਿਉਂਕਿ ਅਸੀਂ ਦੋਨੇ ਜਾਣੇ ਧਰਮ ਦੇ ਮੁਖੀ ਹਾਂ। ਇਹ ਔਰੰਗਜ਼ੇਬ ਕਹਿ ਰਿਹਾ ਵੀ ਇਸਲਾਮ ਧਰਮ ਦੇ ਵਿੱਚ ਇਸ ਵੇਲੇ ਮੈਂ ਮੁਖੀ ਹਾਂ, ਜਿਹੜਾ ਇੰਨਾ ਧਰਮ ਨੂੰ ਮੰਨਦਾ, ਆਪਣੇ ਧਰਮ ਦੇ ਵਿੱਚ ਲਿਆਉਣ ਵਾਸਤੇ ਰਾਜ ਦੇਣ ਨੂੰ ਤਿਆਰ ਹਾਂ, ਰਿਸ਼ਤਾ ਕਰਨ ਨੂੰ ਤਿਆਰ ਹਾਂ। ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਗੁਰੂ ਇਸ ਵੇਲੇ ਮੁੱਖ ਹੈ। ਅਸੀਂ ਦੋਨੇ ਜਾਣੇ ਦੋਨਾਂ ਧਰਮਾਂ ਦੇ ਮੁਖੀ ਹਾਂ, ਪਰ ਇਹ ਨਹੀਂ ਜਾਣਦੇ ਵੀ ਹੋਵੇਗਾ ਕੀ, ਪਿੱਛੇ ਕੀ ਹੋਇਆ। ਦੇਖੀਏ ਕਿ ਹੁਣ ਕੀ ਹੁੰਦੀ ਹੈ। ਭਾਵ ਕਿ ਔਰੰਗਜ਼ੇਬ ਦੇ ਯਤਨ ਕਾਮਯਾਬ ਹੁੰਦੇ ਇਸਲਾਮ ਨੂੰ ਵਧਾਉਣ ਵਾਲੇ, ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਿੰਦੂ ਧਰਮ ਦੀ ਰੱਖਿਆ ਕਰਨ ਵਿੱਚ ਕਾਮਯਾਬ ਹੁੰਦੇ। ਇਹ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੋਨਾਂ ਵਿੱਚੋਂ ਕਾਮਯਾਬੀ ਕਿਸ ਨੂੰ ਮਿਲੀ ਹੈ। ਤੇ ਜੇ ਇਸ ਤਰ੍ਹਾਂ ਨਾ ਮੰਨਣ, ਇਹ ਔਰੰਗਜ਼ੇਬ ਸਮਝਾਉਂਦਾ ਪਿਆ ਆਪਣੇ ਵਜ਼ੀਰਾਂ ਨੂੰ ਜਾਣ ਤੋਂ ਪਹਿਲਾਂ, ਜੇ ਗੁਰੂ ਪਾਤਸ਼ਾਹ ਲਾਲਚ ਦੇ ਵਿੱਚ ਨਹੀਂ ਮੰਨਦੇ, ਰਿਸ਼ਤੇ ਨੂੰ ਨਹੀਂ ਮੰਨਦੇ, ਰਾਜ ਭਾਗ ਨੂੰ ਨਹੀਂ ਮੰਨਦੇ, ਤੇ ਫਿਰ ਦੂਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਬੜੇ ਧਿਆਨ ਦੇ ਨਾਲ ਉਹ ਸੁਣ ਕੇ ਕਰਨੀ ਕਰੋ। ਤੇ ਸਤਿਗੁਰਾਂ ਨੂੰ ਫਿਰ ਇਹ ਗੱਲ ਆਖੋ ਵੀ ਮਹਾਰਾਜ ਕਰਾਮਾਤ ਵਿਖਾਓ, ਜਾਂ ਤੇ ਸਾਡੇ ਕੋਲੋਂ ਪੈਸਾ ਲੈ ਲਓ, ਰਾਜ ਲੈ ਲਓ, ਰਿਸ਼ਤਾ ਲੈ ਲਓ ਤੇ ਇਸਲਾਮ ਕਬੂਲ ਕਰ ਲਵੋ। ਨਹੀਂ ਕਰਨਾ ਤੇ ਸਾਨੂੰ ਕਰਾਮਾਤ ਵਿਖਾਓ। ਇਹ ਦੂਜਾ ਸਵਾਲ ਮਹਾਰਾਜ ਨੂੰ ਕਰਨਾ ਹੈ। ਕਹਿਣ ਲੱਗੇ ਵੀ ਇਸ ਤਰ੍ਹਾਂ ਸੁਣ ਕੇ ਨਾ ਕਾਜੀ ਤੇ ਵਜ਼ੀਰ ਦੋਨੇ ਜਾਣੇ ਔਰੰਗਜ਼ੇਬ ਦੇ ਕੋਲੋਂ ਸੁਣ ਕੇ ਤੇ ਮਹਾਰਾਜ ਕੋਲ ਚਲੇ ਗਏ। ਔਰੰਗਜ਼ੇਬ ਨੇ ਸਮਝਾਇਆ ਸਤਿਗੁਰਾਂ ਨੂੰ ਕਰਾਮਾਤ ਵਿਖਾਉਣ ਵਾਸਤੇ ਕਹੋ, ਕਰਾਮਾਤ ਨਹੀਂ ਵਿਖਾਉਂਦੇ ਤੇ ਫਿਰ ਇਸਲਾਮ ਦੇ ਵਿੱਚ ਆਉਣ ਵਾਸਤੇ ਮਾਇਆ ਦਾ ਲਾਲਚ ਦੇ ਦਿਓ। ਇਹ ਸਾਰੀਆਂ ਗੱਲਾਂ ਸੁਣ ਕੇ ਇਹ ਦੋਨੇ ਜਾਣੇ ਹੁਣ ਔਰੰਗਜ਼ੇਬ ਕੋਲੋਂ ਉੱਠ ਕੇ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕੈਦ ਵਿੱਚ ਬੈਠੇ ਉਧਰ ਨੂੰ ਚੱਲੇ ਹਨ, ਤੇ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਲੋਹੇ ਦੇ ਪਿੰਜਰੇ ਵਿੱਚ ਬੰਦ ਕੈਦ ਕਰਕੇ ਬਿਠਾਏ ਹੋਏ ਉਸ ਜਗ੍ਹਾ ਦੇ ਉੱਪਰ ਪਹੁੰਚੇ ਹਨ। ਜਦੋਂ ਇਹ ਬੈਠੇ ਨਾ ਦੋਨੇ ਜਾਣੇ, ਬਾਦਸ਼ਾਹ ਦਾ ਮੁੱਖ ਵਜ਼ੀਰ ਬੈਠਾ ਅਤੇ ਕਾਜੀ ਬੈਠਾ, ਸਤਿਗੁਰਾਂ ਦੇ ਸਾਹਮਣੇ ਜਾ ਕੇ ਇਹਨਾਂ ਨੇ ਕੀ ਵੇਖਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਚਿਹਰਾ ਖਿੜਿਆ ਹੋਇਆ ਕਮਲ ਫੁੱਲ ਦੇ ਵਾਂਗ, ਕੋਈ ਉਦਾਸੀ ਨਹੀਂ ਹੈ ਚਿਹਰੇ ਦੇ ਉੱਪਰ, ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ, ਕੋਈ ਦੁੱਖ ਨਹੀਂ, ਬੜੇ ਪ੍ਰਸੰਨ ਚਿੱਤ ਮਹਾਰਾਜ ਬੈਠੇ ਹੋਏ ਹਨ। ਤੇ ਸਤਿਗੁਰੂ ਇਸ ਤਰ੍ਹਾਂ ਬੈਠੇ ਨੇ ਜਿਵੇਂ ਉਹਨਾਂ ਨੂੰ ਇਸ ਕੈਦ ਦਾ ਕੋਈ ਦੁੱਖ ਹੋ ਹੀ ਨਹੀਂ ਰਿਹਾ, ਜਿਵੇਂ ਉਹਨਾਂ ਨੂੰ ਕੈਦ ਦਾ ਦੁੱਖ ਕੋਈ ਵਿਆਪ ਨਹੀਂ ਨਾ ਰਿਹਾ। ਇਸ ਤਰ੍ਹਾਂ ਬੜੇ ਖੁਸ਼ ਮਜਾਜ ਆਪਣੀ ਮੌਜ ਵਿੱਚ ਬੈਠੇ ਹਨ। ਕਹਿਣ ਲੱਗੇ ਵੀ ਇਹ ਦੋਨੇ ਜਾਣੇ, ਜਿਹੜਾ ਵਜ਼ੀਰ ਬਾਦਸ਼ਾਹ ਔਰੰਗਜ਼ੇਬ ਦਾ ਤੇ ਕਾਜੀ, ਜਦੋਂ ਮਹਾਰਾਜ ਨੂੰ ਵੇਖਿਆ ਨਾ ਵੀ ਇਹਨਾਂ ਦਾ ਮੁੱਖ ਖਿੜਿਆ ਹੋਇਆ, ਬੜੇ ਖੁਸ਼ ਨੇ। ਇਹ ਕੈਦ ਵਿੱਚ ਪੈ ਕੇ ਵੀ ਦੁਖੀ ਨਹੀਂ ਹੋਏ ਤੇ ਹੈਰਾਨ ਹੋ ਗਿਆ ਵੀ ਇਹ ਵਿਅਕਤੀ ਕਿਹੋ ਜਿਹਾ ਹੈ। ਅਸੀਂ ਕਈ ਦਿਨਾਂ ਤੋਂ ਇਹਦਾ ਪ੍ਰਸ਼ਾਦਾ ਬੰਦ ਕੀਤਾ ਹੋਇਆ, ਇਹੋ ਜਿਹਾ ਲੋਹੇ ਦੇ ਪਿੰਜਰੇ ਵਿੱਚ ਬਿਠਾ ਕੇ ਇਹਨੂੰ ਰੱਖਿਆ ਹੋਇਆ ਜਿੱਥੇ ਬੈਠ ਨਹੀਂ ਸਕਦਾ, ਇਹ ਸੌਂ ਨਹੀਂ ਸਕਦਾ, ਇਹ ਲੰਮੇ ਨਹੀਂ ਪੈ ਸਕਦਾ, ਇਹ ਖੜਾ ਨਹੀਂ ਹੋ ਸਕਦਾ, ਇਹੋ ਜਿਹਾ ਪਿੰਜਰੇ ਵਿੱਚ ਬਿਠਾਇਆ ਹੋਇਆ, ਫਿਰ ਵੀ ਇਹ ਬੜੇ ਖੁਸ਼ ਹਨ। ਉਸ ਵੇਲੇ ਇਹਨਾਂ ਨੇ ਗੱਲ ਸ਼ੁਰੂ ਕੀਤੀ ਹੈ, ਕਹਿਣ ਲੱਗੇ ਮਹਾਰਾਜ ਸਾਨੂੰ ਬਾਦਸ਼ਾਹ ਔਰੰਗਜ਼ੇਬ ਨੇ ਤੁਹਾਡੇ ਕੋਲ ਭੇਜਿਆ ਹੈ, ਅਸੀਂ ਬਾਦਸ਼ਾਹ ਦੇ ਭੇਜੇ ਹੋਏ ਦੋਨੇ ਜਾਣੇ ਤੁਹਾਡੇ ਕੋਲ ਆਏ ਹਾਂ। ਤੇ ਸਤਿਗੁਰੂ ਪਾਤਸ਼ਾਹ ਨੂੰ ਫਿਰ ਦੱਸਣ ਲੱਗ ਪਏ, ਕਹਿੰਦੇ ਮਹਾਰਾਜ ਵੇਖੋ ਤੁਸੀਂ ਕਿੰਨੇ ਸਤਿਕਾਰਯੋਗ ਹੋ, ਦੁਨੀਆ ਤੁਹਾਨੂੰ ਮੱਥਾ ਟੇਕਦੀ ਹੈ, ਨਮਸਕਾਰਾਂ ਕਰਦੀ ਹੈ, ਧਰਮ ਦੇ ਤੁਸੀਂ ਮੋਢੀ ਹੋ। ਤੁਹਾਡੇ ਵਰਗਾ ਵਿਅਕਤੀ ਜੇਲ੍ਹ ਵਿੱਚ ਪੈ ਕੇ ਦੁੱਖ ਸਵੇ, ਕਸ਼ਟ ਲਵੇ ਆਪਣੇ ਸਰੀਰ ਤੇ, ਇਹ ਗੱਲ ਚੰਗੀ ਥੋੜੀ ਹੈ। ਮਹਾਰਾਜ ਕਿਉਂ ਇੰਨੇ ਦੁੱਖ ਆਪਣੇ ਸਰੀਰ ਦੇ ਉੱਪਰ ਤੁਸੀਂ ਝੱਲਦੇ ਪਏ ਹੋ? ਮਹਾਰਾਜ ਇਹ ਤੁਸੀਂ ਆਪਣੇ ਹਿਰਦੇ ਵਿੱਚ ਜਿੱਦ ਕਿਉਂ ਕੀਤੀ ਹੈ? ਬਾਦਸ਼ਾਹ ਦੀ ਕਈ ਮੰਨ ਲਵੋ ਨਾ ਗੱਲ, ਬਾਦਸ਼ਾਹ ਤੁਹਾਨੂੰ ਆਪਣੀ ਗੱਲ ਮਨਾਉਣੀ ਚਾਹੁੰਦਾ। ਦੁਨੀਆ ਵਿੱਚ ਲਿਖਿਆ ਵੀ ਰਾਜੇ ਦਾ ਹੱਠ ਜਿਹੜਾ ਹੈ ਨਾ ਉਹ ਬੜਾ ਮਜ਼ਬੂਤ ਹੁੰਦਾ। ਰਾਜਾ ਕੋਈ ਹੱਠ ਕਰ ਲਵੇ, ਉਹ ਹੱਠ ਨੂੰ ਪੂਰਾ ਕਰਨ ਦਾ ਯਤਨ ਕਰਦਾ ਵੀ ਮੈਂ ਪੂਰਾ ਕਰਨਾ ਹੈ। ਪਰ ਦੂਸਰੇ ਪਾਸੇ ਇਹ ਵੀ ਹੈ ਵੀ ਜੇ ਸਾਧੂ ਹੱਠ ਕਰ ਲਵੇ ਨਾ ਕੋਈ ਰੱਬ ਦੀ ਬੰਦਗੀ ਵਾਲਾ, ਤੇ ਪੂਰਾ ਉਹ ਵੀ ਕਰਕੇ ਹਟਦਾ ਹੈ। ਹੁਣ ਇੱਕ ਪਾਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਧੂ ਸਰੂਪ ਨੇ, ਉਹਨਾਂ ਦਾ ਹੱਠ ਇਹ ਹੈ ਵੀ ਅਸੀਂ ਆਪਣਾ ਧਰਮ ਨਹੀਂ ਛੱਡਣਾ, ਹਿੰਦੂ ਧਰਮ ਦੀ ਵੀ ਰੱਖਿਆ ਕਰਾਂਗੇ।
ਦੂਸਰੇ ਪਾਸੇ ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦਾ ਇਸ ਵੇਲੇ ਰਾਜਾ ਹੈ। ਉਹਦੀ ਜਿੱਦ ਇਹ ਹੈ ਵੀ ਮੈਂ ਮੁਸਲਮਾਨ ਧਰਮ ਵਿੱਚ ਲੈ ਕੇ ਆਉਣਾ ਹੈ। ਇਸ ਕਰਕੇ ਬਾਦਸ਼ਾਹ ਆਪਣੇ ਜਿੱਦ ਵਿੱਚ ਪੂਰਾ ਨਹੀਂ ਹੋ ਰਿਹਾ, ਕਾਮਯਾਬ ਨਹੀਂ ਹੋ ਰਿਹਾ। ਉਹਦੇ ਵਜ਼ੀਰ ਕਹਿ ਰਿਹਾ, ਕਹਿੰਦੇ ਮਹਾਰਾਜ ਕਿਉਂ ਤੁਸੀਂ ਇੰਨਾ ਜਿੱਦ ਕਰਕੇ ਬੈਠੇ ਹੋਏ ਹੋ? ਤੁਸੀਂ ਐਸ਼ ਕਿਉਂ ਨਹੀਂ ਕਰਦੇ, ਆਨੰਦ ਕਿਉਂ ਨਹੀਂ ਲੈਂਦੇ? ਜ਼ਿੰਦਗੀ ਦੁਬਾਰਾ ਥੋੜੀ ਮਿਲਣੀ ਹੈ। ਇੱਕ ਵਾਰੀ ਜਨਮ ਮਿਲਿਆ, ਸਰੀਰ ਮਿਲਿਆ, ਕੈਦ ਵਿੱਚ ਬੈਠੇ ਹੋ, ਦੁੱਖ ਭੋਗਦੇ ਪਏ ਹੋ, ਰੋਟੀ ਛੱਡ ਕੇ ਬੈਠੇ ਹੋ। ਇੱਥੇ ਕੋਈ ਹਵਾ ਨਹੀਂ, ਕੋਈ ਪਾਣੀ ਨਹੀਂ, ਕੋਈ ਬੈਠਣ ਨੂੰ ਜਗ੍ਹਾ ਨਹੀਂ, ਕੋਈ ਲੰਮੇ ਪੈਣ ਨੂੰ ਨਹੀਂ, ਇੰਨਾ ਦੁੱਖ ਸਹਿੰਦੇ ਪਏ ਹੋ। ਇੱਕ ਵਾਰੀ ਜਨਮ ਮਿਲਿਆ, ਮਹਾਰਾਜ ਐਸ਼ ਕਰੋ, ਆਨੰਦ ਕਰੋ, ਸੁਖ ਲਵੋ। ਬਾਹਰ ਸੰਗਤ ਵਿੱਚ ਬੈਠ ਕੇ ਵਿਚਰੋ, ਸੰਗਤ ਦੇ ਵਿੱਚ ਬਚਨ ਬਿਲਾਸ ਕਰੋ। ਮਹਾਰਾਜ ਆਨੰਦ ਵਾਲੀ ਜ਼ਿੰਦਗੀ ਹੈ, ਦੁਬਾਰਾ ਥੋੜ੍ਹੀ ਇਹ ਜਨਮ ਮਿਲਣਾ। ਆਪ ਜੀ ਕਿਉਂ ਇੰਨਾ ਕਸ਼ਟ ਸਹਿੰਦੇ ਹੋ? ਤੇ ਮਹਾਰਾਜ ਕਿਉਂ ਨਹੀਂ ਤੁਸੀਂ ਔਰੰਗਜ਼ੇਬ ਦੀ ਟੇਕ ਕਿਉਂ ਨਹੀਂ ਲੈਂਦੇ? ਟੇਕ ਨਾਮ ਹੈ ਆਸਰੇ ਦਾ, ਤੇ ਸਾਹਿਬ ਕੀ ਟੇਕ, ਸਾਨੂੰ ਤੇ ਉਹ ਸਾਹਿਬ ਦੀ ਟੇਕ ਆਸਰਾ ਹੈ। ਇੱਥੇ ਟੇਕ ਨਾਮ ਹੈ ਆਸਰੇ ਦਾ। ਵਜ਼ੀਰ ਕਹਿ ਰਿਹਾ, ਮਹਾਰਾਜ ਕਿਉਂ ਬਾਦਸ਼ਾਹ ਦੇ ਨਾਲ ਮੱਥਾ ਲਾ ਕੇ ਬੈਠੇ ਹੋ? ਤੁਹਾਨੂੰ ਤੇ ਬਾਦਸ਼ਾਹ ਦਾ ਲਾਭ ਲੈਣਾ ਚਾਹੀਦਾ, ਉਹਦਾ ਆਸਰਾ ਲਓ, ਬਾਦਸ਼ਾਹ ਦੇ ਆਸਰੇ ਹੋ ਕੇ ਚੱਲੋ, ਬਾਦਸ਼ਾਹ ਦੇ ਕਹਿ ਦੇ ਵਿੱਚ ਚੱਲੋ ਤੇ ਮਹਾਰਾਜ ਸਾਰੇ ਸੁਖ ਲੈਣਾ ਕਰੋ। ਸਤਿਗੁਰੂ ਪਾਤਸ਼ਾਹ ਜੀ, ਇਸਲਾਮ ਧਰਮ ਦੇ ਵਿੱਚ ਆਉਣਾ ਕੋਈ ਮਾੜੀ ਗੱਲ ਥੋੜ੍ਹੀ ਹੈ। ਤੁਹਾਡੇ ਤੋਂ ਪਹਿਲਾਂ ਲੱਖਾਂ ਲੋਕ ਜਿਹੜੇ ਨੇ ਉਹ ਹਿੰਦੂ ਧਰਮ ਛੱਡ ਕੇ ਮੁਸਲਮਾਨ ਬਣੇ ਨੇ, ਬਣਾਏ ਗਏ ਨੇ। ਇਤਿਹਾਸ ਵਿੱਚ ਬਚਨ ਆਉਂਦਾ ਵੀ ਕਈ ਮਨ ਜਨੇਊ ਜਿਹੜੇ ਨੇ, ਸਵਾ ਮਨ ਜਨੇਊ ਲਾ ਕੇ ਤੇ ਬਾਦਸ਼ਾਹ ਤਾਂ ਰਾਤ ਨੂੰ ਸੌਂਦਾ, ਤੇ ਜਨੇਊ ਦਾ ਭਾਰ ਕਿਤੇ ਕਿੰਨਾ ਕੁ ਹੁੰਦਾ? ਬਿਲਕੁਲ ਹਵਾ ਵਰਗਾ ਹੀ ਭਾਰ ਹੈ। ਇੱਕ ਸੂਤ ਦਾ ਵਟਿਆ ਹੋਇਆ ਧਾਗਾ, ਉਹਦਾ ਭਾਰ ਕੀ ਹੋਵੇਗਾ? ਤੇ ਸਵਾ ਮਨ ਜਨੇਊ ਜਿੰਨਾ ਚਿਰ ਨਹੀਂ ਉਤਰਦੇ ਉਹਨਾਂ ਚਿਰ ਰਾਤ ਦਾ ਭੋਜਨ ਨਹੀਂ ਖਾਂਦਾ। ਲੱਖਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਨੇ ਰੋਜ਼ ਮੁਸਲਮਾਨ ਬਣਦੇ। ਇਹ ਉਦਾਹਰਨ ਦੇ ਰਹੇ ਨੇ, ਕਹਿਣ ਲੱਗੇ ਮਹਾਰਾਜ ਤੁਸੀਂ ਕਿਉਂ ਡਰਦੇ ਪਏ ਹੋ? ਤੁਹਾਡੇ ਤੋਂ ਪਹਿਲਾਂ ਲੱਖਾਂ ਲੋਕ ਮੁਸਲਮਾਨ ਬਣ ਚੁੱਕੇ ਹਨ। ਤੇ ਉਹ ਜਿੰਨੇ ਜਿਹੜੇ ਮੁਸਲਮਾਨ ਬਣੇ, ਬਾਦਸ਼ਾਹ ਨੇ ਉਹਨਾਂ ਨੂੰ ਬੜੀਆਂ ਵਡਿਆਈਆਂ ਦਿੱਤੀਆਂ। ਕਿਸੇ ਨੂੰ ਨੌਕਰੀ ਦਿੱਤੀ ਹੈ, ਕਿਸੇ ਨੂੰ ਜ਼ਮੀਨ ਦਿੱਤੀ ਹੈ, ਕਿਸੇ ਦੇ ਕਰਜ਼ੇ ਮਾਫ ਕੀਤੇ। ਔਰੰਗਜ਼ੇਬ ਦੇ ਵੱਲੋਂ ਇਹ ਫਰਮਾਨ ਹੋਇਆ ਸੀ, ਜਿਹੜੇ ਲੋਕ ਇਸਲਾਮ ਧਰਮ ਨੂੰ ਮੰਨਦੇ ਨੇ, ਜੇ ਉਹਨਾਂ 'ਤੇ ਕੋਈ ਕੇਸ ਚੱਲਦਾ ਤੇ ਉਹ ਮਾਫ ਕੀਤਾ ਜਾਵੇ। ਜੇ ਉਹਨਾਂ ਦੇ ਉੱਪਰ ਕੋਈ ਕਰਜ਼ਾ ਚੜ੍ਹਿਆ ਹੋਇਆ ਤੇ ਮਾਫ ਕੀਤਾ ਜਾਵੇ। ਜਿਹੜਾ ਕੋਈ ਹਿੰਦੂ ਦੇ ਧਰਮ ਵਿੱਚੋਂ ਆ ਕੇ ਮੁਸਲਮਾਨ ਬਣੇ, ਉਸ ਨੂੰ ਨੌਕਰੀ ਦਿੱਤੀ ਜਾਵੇ। ਤੇ ਜੇ ਕੋਈ ਜਗੀਰ ਮੰਗਦਾ, ਕੋਈ ਪੈਲੀ ਜ਼ਮੀਨ ਮੰਗਦਾ ਤੇ ਉਹ ਵੀ ਦਿੱਤੀ ਜਾਵੇ। ਇਹ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ, ਤੇ ਸਰਕਾਰੀ ਕੰਮ ਜਿਹੜੇ ਨੇ ਉਹ ਪਹਿਲ ਦੇ ਆਧਾਰ 'ਤੇ ਕੀਤੇ ਜਾਣ, ਤਾਂ ਕਿ ਲੋਕ ਸਾਡੇ ਧਰਮ ਦੀ ਵਿਸ਼ੇਸ਼ਤਾ ਹੀ ਵੇਖ ਕੇ, ਸੁਖ ਵੇਖ ਕੇ ਸਾਡੇ ਵੱਲ ਆ ਜਾਣ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਵੀ ਲੱਖਾਂ ਲੋਕ ਪਹਿਲਾਂ ਮੁਸਲਮਾਨ ਬਣੇ ਤੇ ਬਾਦਸ਼ਾਹ ਨੇ ਉਹਨਾਂ ਸਾਰਿਆਂ ਨੂੰ ਵਡਿਆਈ ਦੇ ਕੇ ਨਵਾਜਿਆ ਹੈ। ਪਰ ਮਹਾਰਾਜ ਤੁਸੀਂ ਤੇ ਸਭ ਤੋਂ ਮੋਢੀ ਹੋ, ਸ਼੍ਰੋਮਣੀ ਹੋ। ਉਹਨਾਂ ਨੂੰ ਤੇ ਮਾੜੀ ਮੋਟੀ ਜ਼ਮੀਨ ਮਿਲ ਗਈ ਹੈ, ਕੇਸ ਮਾਫ ਹੋ ਗਏ, ਉਹਨਾਂ ਨੌਕਰੀਆਂ ਮਿਲ ਗਈਆਂ। ਅਸੀਂ ਤੁਹਾਨੂੰ ਇਸਲਾਮ ਧਰਮ ਦੇ ਵਿੱਚ ਸਭ ਤੋਂ ਵੱਡਾ ਪੀਰ ਬਣਾਵਾਂਗੇ। ਇਸਲਾਮ ਧਰਮ ਦੇ ਸਾਰੇ ਪੀਰ ਤੁਹਾਨੂੰ ਆ ਕੇ ਨਮਸਕਾਰਾਂ ਕਰਨਗੇ। ਇਸਲਾਮ ਨੂੰ ਮੰਨਣ ਵਾਲੇ ਲੋਕ ਤੁਹਾਡਾ ਹੁਕਮ ਸਿਰ ਮੱਥੇ ਮੰਨਿਆ ਕਰਨਗੇ। ਐਸੀਆਂ ਜਿਹੜੀਆਂ ਵਡਿਆਈਆਂ ਨੇ ਉਹ ਬਾਦਸ਼ਾਹ ਤੁਹਾਨੂੰ ਦੇਣਾ ਚਾਹੁੰਦਾ ਹੈ। ਤੇ ਮਹਾਰਾਜ ਜੀਓ, ਜੋ ਬਾਦਸ਼ਾਹ ਕਹੇਗਾ ਉਹ ਕਦੇ ਵੀ ਆਪਣੀ ਕਹੀ ਹੋਈ ਗੱਲ ਤੋਂ ਮੁਕਰਦਾ ਨਹੀਂ। ਵੈਸੇ ਤੇ ਔਰੰਗਜ਼ੇਬ ਦੀ ਜ਼ੁਬਾਨ ਕੋਈ ਨਹੀਂ ਹੈ, ਪਰ ਇਹ ਬਾਦਸ਼ਾਹ ਦਾ ਵਜ਼ੀਰ ਕਹਿ ਰਿਹਾ ਸਤਿਗੁਰਾਂ ਨੂੰ, ਕਹਿਣ ਲੱਗਾ ਮਹਾਰਾਜ ਇਹ ਤੁਸੀਂ ਯਕੀਨ ਕਰੋ ਵੀ ਜੋ ਔਰੰਗਜ਼ੇਬ ਨੇ ਅੱਜ ਕਹਿ ਦਿੱਤਾ ਨਾ ਤੁਹਾਨੂੰ, ਇਹ ਨਹੀਂ ਵੀ ਕੱਲ ਨੂੰ ਤੁਸੀਂ ਮੁਸਲਮਾਨ ਬਣ ਗਏ ਤੇ ਬਾਦਸ਼ਾਹ ਮੁਕਰ ਜਾਏਗਾ। ਨਹੀਂ ਮੁਕਰੇਗਾ, ਬਿਲਕੁਲ। ਉਹ ਜੋ ਤੁਹਾਡੇ ਨਾਲ ਵਾਅਦਾ ਕਰੇਗਾ ਉਹ ਪੂਰੇ ਦਾ ਪੂਰਾ ਉਸ ਵਾਅਦੇ ਨੂੰ ਨਿਭਾਉਣਾ ਕਰੇਗਾ। ਕਿਉਂਕਿ ਪਾਤਸ਼ਾਹ ਜੀਓ, ਬਾਦਸ਼ਾਹ ਨੇ ਆਪਣੀ ਬੇਟੀ ਦੇਣ ਦੀ ਗੱਲ ਮੰਨ ਲਈ ਹੈ। ਜਿਹੜਾ ਤੁਹਾਨੂੰ ਆਪਣਾ ਜਵਾਈ ਬਣਾਉਣਾ ਚਾਹੁੰਦਾ, ਇਹ ਇੱਥੋਂ ਤੱਕ ਤੁਹਾਨੂੰ ਉਹ ਦੇ ਰਿਹਾ ਹੈ ਵੀ ਮੈਂ ਤੁਹਾਨੂੰ ਆਪਣਾ ਜਵਾਈ ਬਣਾ ਲੈਂਦਾ। ਜਵਾਈ ਬਣਾ ਕੇ ਮੁਕਰੇਗਾ ਥੋੜੀ, ਤੁਹਾਨੂੰ ਜਿਹੜੀ ਉਹ ਗੱਲ ਕਹਿੰਦਾ ਪਿਆ ਉਸਨੇ ਪੂਰੀ ਕਰਨੀ ਹੈ। ਉਹ ਤੁਹਾਨੂੰ ਆਪਣਾ ਜਵਾਈ ਬਣਾਉਣ ਨੂੰ ਵੀ ਤਿਆਰ ਹੈ। ਤੇ ਪਾਤਸ਼ਾਹ ਜਿਹੜਾ ਇੰਨਾ ਕੁਝ ਤੁਹਾਨੂੰ ਦਿੰਦਾ ਪਿਆ, ਤੁਹਾਨੂੰ ਉਹਦੀ ਗੱਲ ਮੰਨ ਲੈਣੀ ਚਾਹੀਦੀ ਹੈ। ਤੇ ਇਹਦੇ ਤੋਂ ਵੱਡੀ ਹੋਰ ਕਿਹੜੀ ਕਹਾਣੀ ਹੈ? ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਤੁਹਾਨੂੰ ਜਵਾਈ ਬਣਾ ਲਿਆ ਤੇ ਮਗਰ ਕੀ ਰਹਿ ਗਿਆ? ਤੁਸੀਂ ਤੇ ਮਾਲਕ ਬਣ ਗਏ ਨਾ ਹਿੰਦੁਸਤਾਨ ਦੇ। ਬਾਕੀ ਨਿੱਕੀਆਂ ਮੋਟੀਆਂ ਵਸਤੂਆਂ ਨੂੰ ਕੀ ਗਿਣਨਾ? ਬਾਦਸ਼ਾਹ ਦੇ ਜਵਾਈ ਦਾ ਮਾਣ ਸਨਮਾਨ ਥੋੜਾ ਕਿਤੇ ਹਿੰਦੁਸਤਾਨ ਦੇ ਵਿੱਚ ਬੜਾ ਹੋਣਾ।
ਇਹਦੇ ਤੋਂ ਬਿਨਾ ਹੋਰ ਮਗਰ ਕੀ ਰਹਿ ਗਿਆ ਮਹਾਰਾਜ। ਬਾਕੀ ਤੇ ਸਮਝ ਲਓ ਵੀ ਨਿੱਕੇ ਮੋਟੇ ਪਦਾਰਥ ਨੇ ਜਿਹੜੇ ਤੁਹਾਨੂੰ ਮਿਲਦੇ ਰਹਿਣਗੇ, ਉਹਨਾਂ ਦੀ ਗਿਣਤੀ ਕੋਈ ਨਹੀਂ ਹੈ। ਤੇ ਸਤਿਗੁਰੂ ਜੀ ਇਹਦੇ ਵਿੱਚ ਤੁਸੀਂ ਆਪਣਾ ਭਲਾ ਕਿਉਂ ਨਹੀਂ ਸਮਝਦੇ? ਅਸੀਂ ਤੁਹਾਡਾ ਭਲਾ ਕਰਨ ਵਾਸਤੇ ਆ ਰਹੇ ਹਾਂ, ਵਾਰ-ਵਾਰ ਤੁਹਾਨੂੰ ਕਹਿ ਰਹੇ ਹਾਂ ਮਹਾਰਾਜ ਆਪਣਾ ਫਾਇਦਾ ਕਰ ਲਓ, ਮਹਾਰਾਜ ਆਪਣਾ ਫਾਇਦਾ ਕਰ ਲਓ, ਛੱਡੋ ਆਪਣਾ ਧਰਮ ਤੇ ਮੁਸਲਮਾਨ ਬਣੋ, ਜਗੀਰਾਂ ਲੈ ਲਵੋ, ਵਡਿਆਈਆਂ ਲੈ ਲਵੋ, ਲੋਕਾਂ ਕੋਲੋਂ ਨਮਸਕਾਰਾਂ ਕਰਵਾ ਲਵੋ, ਇੱਕ ਵਾਰੀ ਜਨਮ ਮਿਲਿਆ ਦੁਬਾਰਾ ਨਹੀਂ ਮਿਲਣਾ। ਪਾਤਸ਼ਾਹ ਤੁਸੀਂ ਆਪਣਾ ਭਲਾ ਕਿਉਂ ਨਹੀਂ ਸੋਚਦੇ ਹੋ? ਤੇ ਸਤਿਗੁਰੂ ਇੱਥੇ ਮਿਲੇਗੀ ਐਸ਼, ਕਿਉਂਕਿ ਬਾਦਸ਼ਾਹ ਦੇ ਜਵਾਈ ਬਣ ਜਾਣਾ, ਜ਼ਮੀਨ ਮਿਲ ਜਾਣੀ, ਧਨ ਮਿਲ ਜਾਣਾ, ਇੱਥੇ ਐਸ਼ ਮਿਲੇਗੀ, ਜਿੰਨੀ ਮਰਜ਼ੀ ਐਸ਼ ਕਰੋ, ਆਨੰਦ ਲਓ। ਤੇ ਜਦੋਂ ਸਰੀਰ ਛੱਡ ਕੇ ਜਾਣਾ ਫਿਰ ਅੱਗੇ ਭਿਸਤਾਂ ਮਿਲ ਜਾਣੀਆਂ। ਜਿਵੇਂ ਹਿੰਦੂ ਲੋਕ ਸਵਰਗ ਆਖਦੇ ਨੇ, ਮੁਸਲਮਾਨ ਲੋਕ ਉਸੇ ਚੀਜ਼ ਨੂੰ ਭਿਸ਼ਟ ਕਹਿੰਦੇ। ਮਹਾਰਾਜ ਮਰ ਕੇ ਵੀ ਭਿਸ਼ਟ ਮਿਲੇਗੀ ਤੁਹਾਨੂੰ, ਉੱਥੇ ਵੀ ਤੁਹਾਨੂੰ ਸੁੱਖ ਮਿਲਦੇ ਹਨ। ਮਹਾਰਾਜ ਜਿਹੜੇ ਲੋਕ ਇਸ ਤਰ੍ਹਾਂ ਆਪਣੇ ਕੀਤੇ ਹੋਏ ਬਚਨ ਨੂੰ ਧਾਰਦੇ ਨਹੀਂ ਹਨ, ਤੇ ਬਾਦਸ਼ਾਹ ਔਰੰਗਜ਼ੇਬ ਦੀ ਕਹੀ ਹੋਈ ਲੋਕੀ ਗੱਲ ਸਿਰ ਤੇ ਮੰਨਦੇ ਨੇ। ਬਾਦਸ਼ਾਹ ਦੇ ਮੂੰਹ ਦਾ ਨਿਕਲਿਆ ਹੋਇਆ ਬਚਨ ਤੇ ਕਾਨੂੰਨ ਬਣ ਜਾਂਦਾ, ਫਰਮਾਨ ਬਣ ਜਾਂਦਾ। ਤੇ ਦੁਨੀਆ ਵਿੱਚ ਕੋਈ ਦਾਨਾ ਬੰਦਾ, ਕੋਈ ਸਿਆਣਾ ਬੰਦਾ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ ਵੀ ਬਾਦਸ਼ਾਹ ਕਵੇ ਤੇ ਨਾ ਮੰਨਣਾ ਕਰੇ। ਮਹਾਰਾਜ ਜੇ ਨਹੀਂ ਨਾ ਮੰਨੋਗੇ ਤੇ ਫਿਰ ਬਾਦਸ਼ਾਹ ਔਰੰਗਜ਼ੇਬ ਤੁਹਾਡੇ ਤੇ ਗੁੱਸੇ ਹੋ ਜਾਏਗਾ। ਇਹ ਤੇ ਗੱਲਾਂ ਉਹ ਦਸੀਆਂ ਜਿਹੜੀਆਂ ਬਾਦਸ਼ਾਹ ਤੁਹਾਨੂੰ ਸਹੂਲਤਾਂ ਦੇਣੀਆਂ ਚਾਹੁੰਦਾ, ਵਡਿਆਈਆਂ ਦੇਣੀਆਂ ਚਾਹੁੰਦਾ, ਪਰ ਜੇ ਨਾ ਮੰਨੀਆਂ ਤੇ ਫਿਰ ਬਾਦਸ਼ਾਹ ਤੁਹਾਡੇ ਤੇ ਨਾਰਾਜ਼ ਹੋਵੇਗਾ, ਕਿਉਂਕਿ ਔਰੰਗਜ਼ੇਬ ਤੁਹਾਨੂੰ ਦੇਣਾ ਚਾਹੁੰਦਾ ਤੇ ਤੁਸੀਂ ਲੈਂਦੇ ਨਹੀਂ ਪਏ, ਬਾਦਸ਼ਾਹ ਦੇ ਮਨ ਵਿੱਚ ਗੁੱਸਾ ਆ ਜਾਣਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਜੇ ਬਾਦਸ਼ਾਹ ਨੂੰ ਗੁੱਸਾ ਆ ਗਿਆ, ਉਹਨੇ ਇਹ ਨਹੀਂ ਵੇਖਣਾ ਵੀ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ, ਗਲਤੀ ਕੀਤੀ ਹੈ ਕਿ ਨਹੀਂ ਕੀਤੀ, ਉਹਨੇ ਕਹਿਣਾ ਵੀ ਇਹਦਾ ਕਤਲ ਕਰ ਦਿਓ। ਬਾਦਸ਼ਾਹ ਬਿਨਾਂ ਕਿਸੇ ਗੱਲ ਤੋਂ ਕਤਲ ਕਰਵਾ ਸਕਦਾ, ਕਿਉਂਕਿ ਬਾਦਸ਼ਾਹ ਤੇ ਕਿਹੜਾ ਕੋਈ ਕੇਸ ਚੱਲਣਾ, ਕਿਹੜਾ ਕੋਈ ਸੁਣਵਾਈ ਹੈ, ਕਿਹੜਾ ਕੋਈ ਗ੍ਰਿਫਤਾਰੀ ਹੋਣੀ ਹੈ। ਉਹਨੇ ਬਿਨਾਂ ਕਿਸੇ ਕਾਨੂੰਨ ਤੋਂ, ਬਿਨਾਂ ਕਿਸੇ ਗੱਲ ਤੋਂ ਤੁਹਾਨੂੰ ਮਾਰ ਦੇਣਾ ਹੈ। ਮਹਾਰਾਜ ਇਹ ਤਿੰਨ ਗੱਲਾਂ ਨੇ, ਚੰਗੀ ਤਰ੍ਹਾਂ ਆਪਣੇ ਮਨ ਵਿੱਚ ਸਮਝ ਲਓ। ਅਸੀਂ ਤੁਹਾਡੇ ਸਾਹਮਣੇ ਖੁੱਲੀ ਕਿਤਾਬ ਰੱਖ ਦਿੱਤੀ ਹੈ ਤੁਹਾਨੂੰ ਸਮਝਾਉਣ ਵਾਸਤੇ। ਤਿੰਨ ਗੱਲਾਂ ਜਿਹੜੀਆਂ ਨੇ ਨਿਰਣੇ ਕਰਨਾ ਕਰੋ। ਮਹਾਰਾਜ ਇਹਦੇ ਵਿੱਚ ਤੁਹਾਡਾ ਭਲਾ ਜੇ। ਅਸੀਂ ਦੋ ਸਿਆਣੇ ਬੰਦੇ ਆ, ਵੇਖੋ ਮੇਰੇ ਨਾਲ ਕਾਜੀ ਆਇਆ, ਬੜਾ ਪੜ੍ਹਿਆ ਹੋਇਆ, ਇਸਲਾਮ ਦੀ ਬੜੀ ਜਾਣਕਾਰੀ ਰੱਖਦਾ, ਇਹ ਵੀ ਨਾਲ ਮੇਰੇ ਆਇਆ। ਮੈਂ ਬਾਦਸ਼ਾਹ ਦਾ ਵਜ਼ੀਰ ਹਾਂ, ਮੈਂ ਚੰਗੇ ਬੁਰੇ ਦੀ ਪੂਰੀ ਸਮਝ ਰੱਖਦਾ। ਅਸੀਂ ਤੁਹਾਨੂੰ ਦੋਨੇ ਜਾਣੇ ਸਲਾਹ ਦਿੰਦੇ ਹਾਂ ਵੀ ਮਹਾਰਾਜ ਇਹਦੇ ਤੋਂ ਚੰਗਾ ਮੌਕਾ ਨਹੀਂ ਦੁਬਾਰਾ ਮਿਲਣਾ, ਇਸ ਕਰਕੇ ਤੁਸੀਂ ਇਸਲਾਮ ਧਰਮ ਨੂੰ ਮੰਨਣਾ ਕਰੋ। ਮਹਾਰਾਜ ਦੀ ਸ਼ਰ੍ਹਾਂ ਵਿੱਚ ਆ ਜਾਓ ਤੇ ਕਲਮਾ ਜਿਹੜਾ ਆਪਣੇ ਮੁਖ ਤੋਂ ਪੜ੍ਹਨਾ ਕਰੋ, ਕਲਮਾ ਪੜ੍ਹੋ, ਮੁਸਲਮਾਨ ਧਰਮ ਨੂੰ ਅਪਣਾਉਣਾ ਕਰੋ। ਤੇ ਮਹਾਰਾਜ ਇਹ ਸਭ ਕੁਝ ਤੁਹਾਨੂੰ ਬਾਦਸ਼ਾਹ ਦੇਣਾ ਚਾਹੁੰਦਾ, ਤੇ ਫਿਰ ਆਪ ਜੀ ਸੁੱਖ ਕਿਉਂ ਨਹੀਂ ਲੈਣਾ ਚਾਹੁੰਦੇ? ਜਦੋਂ ਆਨੰਦ ਮਿਲਦੇ ਪਏ, ਸੁੱਖ ਮਿਲਦੇ ਪਏ, ਤੇ ਉਹ ਆਨੰਦ ਤੇ ਸੁੱਖ ਫਿਰ ਵੱਧ ਤੋਂ ਵੱਧ ਲੈਣੇ ਚਾਹੀਦੇ ਹਨ। ਤੇ ਸਤਿਗੁਰੂ ਪਾਤਸ਼ਾਹ ਇਹ ਜੇ ਤੁਸੀਂ ਨਹੀਂ ਮੰਨੋਗੇ, ਤੁਸੀਂ ਜਿੱਦ ਕਰ ਲਈ ਵੀ ਮੈਂ ਤੇ ਮੰਨਣਾ ਹੀ ਨਹੀਂ, ਮੈਂ ਤੇ ਆਪਣੇ ਧਰਮ ਦੇ ਵਿੱਚ ਅੜੇ ਰਹਿਣਾ ਹੈ। ਜੇ ਤੁਸੀਂ ਬਾਦਸ਼ਾਹ ਦੀ ਕਈ ਗੱਲ ਨਾ ਮੰਨੀ, ਆਪਣੀ ਮਰਜ਼ੀ ਕਰਦੇ ਹੋ, ਤੇ ਫਿਰ ਕਰਾਮਾਤ ਦਿਖਾ ਦਿਓ। ਇਹ ਦੂਜਾ ਪੈਤੜਾ ਵਰਤਿਆ, ਦੂਜਾ ਦਾ ਵਰਤਿਆ ਇਹਨਾਂ ਨੇ। ਪਹਿਲੀ ਗੱਲ ਇਹ ਹੈ ਵੀ ਇਸਲਾਮ ਧਰਮ ਨੂੰ ਕਬੂਲ ਕਰੋ ਤੇ ਸੁੱਖ ਲਵੋ। ਦੂਜੀ ਗੱਲ ਇਹ ਹੈ ਵੀ ਨਹੀਂ ਮੰਨਦੇ ਤੇ ਬਾਦਸ਼ਾਹ ਤੁਹਾਡੇ ਤੇ ਨਾਰਾਜ਼ ਹੋਵੇਗਾ। ਤੇ ਤੀਜੀ ਗੱਲ ਇਹ ਹੈ ਵੀ ਜੇ ਤੁਸੀਂ ਬਾਦਸ਼ਾਹ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤੇ ਮੁਸਲਮਾਨ ਵੀ ਨਹੀਂ ਬਣਨਾ ਚਾਹੁੰਦੇ, ਤੇ ਫਿਰ ਕਰਾਮਾਤ ਵਿਖਾਓ, ਫਿਰ ਬਾਦਸ਼ਾਹ ਵੀ ਤੁਹਾਡੇ ਤੇ ਖੁਸ਼ ਹੋਵੇਗਾ ਤੇ ਤੁਹਾਨੂੰ ਧਰਮ ਵੀ ਨਹੀਂ ਛੱਡਣਾ ਪਵੇਗਾ। ਇਹ ਤਿੰਨ ਗੱਲਾਂ ਨੇ, ਤਿੰਨਾਂ ਵਿੱਚੋਂ ਇੱਕ ਕੰਮ ਤੇ ਕਰਨਾ ਪੈਣਾ, ਜਾਂ ਮੁਸਲਮਾਨ ਬਣ ਜਾਓ ਜਾਂ ਕਰਾਮਾਤ ਦਿਖਾਓ, ਨਹੀਂ ਤੇ ਫਿਰ ਬਾਦਸ਼ਾਹ ਤੁਹਾਡੇ ਤੇ ਕ੍ਰੋਧਿਤ ਹੋ ਜਾਏਗਾ। ਜਿਵੇਂ ਜਿਵੇਂ ਬਾਦਸ਼ਾਹ ਤੁਹਾਨੂੰ ਕਵੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਅੱਜ ਆਹ ਕਰਾਮਾਤ ਵਿਖਾਓ, ਤੇ ਝੱਟ ਕਰਕੇ ਵਿਖਾ ਦਿਓ। ਅਗਲੇ ਦਿਨ ਕੁਝ ਹੋਰ ਫਰਮਾਨ ਕਰੇ, ਜੋ ਵੀ ਤੁਹਾਡੇ ਤੋਂ ਕਰਾਮਾਤ ਉਹ ਵੇਖਣੀ ਚਾਹੁੰਦਾ ਉਹਨੂੰ ਵਿਖਾਉਣਾ ਕਰੋ। ਜਿਵੇਂ ਜਿਵੇਂ ਤੁਸੀਂ ਕਰੋਗੇ ਉਵੇਂ ਉਵੇਂ ਬਾਦਸ਼ਾਹ ਤੁਹਾਡੇ ਤੇ ਵੇਖ ਕੇ ਬੜਾ ਖੁਸ਼ ਹੋ ਜਾਏਗਾ। ਤੇ ਇੱਥੇ ਇਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ। ਮਹਾਰਾਜ ਪਹਿਲੀ ਵਾਰੀ ਥੋੜੀ ਹੋਣਾ ਵੀ ਤੁਸੀਂ ਕਰਾਮਾਤ ਵਿਖਾਉਣ ਆਏ ਹੋ। ਤੁਹਾਡੇ ਤੋਂ ਪਹਿਲਾਂ ਇੱਕ ਰਾਮ ਰਾਏ ਨਾਮ ਦਾ ਵਿਅਕਤੀ ਆਇਆ, ਰਿਸ਼ਤੇਦਾਰੀ ਵਿੱਚ ਉਹ ਤੁਹਾਡਾ ਪੋਤਰਾ ਲੱਗਦਾ, ਤੁਸੀਂ ਉਹਦੇ ਦਾਦਾ ਜੀ ਲੱਗਦੇ ਹੋ, ਕਿਉਂਕਿ ਬਾਬਾ ਗੁਰਦਿੱਤਾ ਜੀ
ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਕੇ ਭਰਾ ਨੇ ਤੇ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਨੇ ਬਾਬਾ ਰਾਮ ਰਾਏ ਤੇ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵੀ ਪੋਤਰੇ ਲੱਗੇ ਨਾ, ਭਰਾ ਦਾ ਪੋਤਰਾ ਤੇ ਆਪ ਦਾ ਪੋਤਰਾ। ਉਹੀ ਇੱਥੇ ਇਹਨਾਂ ਨੇ ਉਦਾਹਰਨ ਵਰਤੀ ਹੈ। ਮਹਾਰਾਜ ਤੁਸੀਂ ਪਹਿਲੀ ਵਾਰੀ ਕਰਾਮਾਤ ਨਹੀਂ ਵਿਖਾਉਣ ਲੱਗੇ, ਤੁਹਾਡਾ ਪੋਤਰਾ ਇੱਥੇ ਰਾਮ ਰਾਏ ਆਇਆ, ਗੁਰੂ ਹਰ ਰਾਏ ਸਾਹਿਬ ਜੀਆਂ ਦਾ ਪੁੱਤਰ, ਬਾਬਾ ਗੁਰਦਿੱਤਾ ਜੀਆਂ ਦਾ ਪੋਤਰਾ ਇੱਥੇ ਰਾਮ ਰਾਏ ਦਿੱਲੀ ਆਇਆ। ਉਸਨੇ ਕਈ ਕਰਾਮਾਤਾਂ ਵਿਖਾਈਆਂ ਹਨ ਤੇ ਜਿਵੇਂ ਜਿਵੇਂ ਬਾਦਸ਼ਾਹ ਕਹਿੰਦਾ ਰਾਮ ਰਾਏ ਉਵੇਂ ਉਵੇਂ ਕਹਿਣਾ ਮੰਨਦਾ ਤੇ ਇਸ ਵੇਲੇ ਬੜਾ ਖੁਸ਼ ਤੇ ਬੜੀਆਂ ਉਹਦੇ ਕੋਲ ਜਗੀਰਾਂ ਹਨ। ਬਾਦਸ਼ਾਹ ਨੇ ਇੱਕ ਵਾਰੀ ਨਹੀਂ ਸੈਂਕੜੇ ਵਾਰ ਉਹਦੇ ਕੋਲੋਂ ਕਰਾਮਾਤ ਵੇਖੀ ਹੈ। ਇਤਿਹਾਸਕਾਰਾਂ ਨੇ ਲਿਖਿਆ ਵੀ ਬਾਬਾ ਰਾਮ ਰਾਏ ਨੇ ਵੱਡੀਆਂ ਜਿਹੜੀਆਂ ਸਾਨੂੰ 72 ਕਰਾਮਾਤਾਂ ਵਿਖਾਈਆਂ, ਵੱਡੀਆਂ ਸ਼ਕਤੀਆਂ ਤੇ ਛੋਟੀਆਂ ਦੀ ਕੋਈ ਗਿਣਤੀ ਨਹੀਂ ਹੈ। ਜਦੋਂ ਜਦੋਂ ਬਾਦਸ਼ਾਹ ਕਹਿੰਦਾ ਵੀ ਬਾਬਾ ਜੀ ਮੈਨੂੰ ਕਰਾਮਾਤ ਵਿਖਾਓ, ਉਸ ਵੇਲੇ ਝੱਟ ਵਿਖਾ ਦਿੰਦੇ। ਕਦੇ ਬਾਦਸ਼ਾਹ ਨੂੰ ਪਾਣੀ ਦੇ ਉੱਪਰ ਤੋਰ ਦਿੰਦੇ, ਕਦੇ ਟੁੱਟੀਆਂ ਬੇੜੀਆਂ ਨੂੰ ਆਪਸ ਵਿੱਚ ਜੋੜ ਦਿੰਦੇ, ਕਦੇ ਮੱਕੇ ਦੇ ਫਲ ਲਿਆ ਕੇ ਖਵਾਉਂਦੇ ਨੇ, ਕਦੇ ਕਿਲੇ ਦੇ ਦਰਵਾਜ਼ੇ ਖੋਲ੍ਹ ਦਿੰਦੇ ਨੇ। ਇਹੋ ਜਿਹੀਆਂ ਕਰਾਮਾਤਾਂ ਪਤਾ ਨਹੀਂ ਕਿੰਨੀਆਂ ਕੁ ਬਾਬਾ ਰਾਮ ਰਾਏ ਨੇ ਵਿਖਾਈਆਂ ਹਨ। ਜਿਵੇਂ ਜਿਵੇਂ ਬਾਦਸ਼ਾਹ ਨੇ ਆਖਿਆ ਮੈਨੂੰ ਅੱਜ ਆਹ ਕਰਾਮਾਤ ਵਿਖਾਓ, ਇੱਕ ਦਿਨ ਬਾਦਸ਼ਾਹ ਨੇ ਆਖਿਆ ਵੀ ਬਾਬਾ ਰਾਮ ਰਾਏ ਜੀ ਮੈਂ ਬੁੱਢਾ ਹੋ ਗਿਆ ਤੇ ਮੈਨੂੰ ਜਵਾਨ ਕਰ ਦਿਓ, ਮੈਂ ਜਵਾਨ ਲੱਗਣਾ ਚਾਹੁੰਦਾ। ਤੇ ਇਹ ਆਪ ਜੀ ਬਚਨ ਕਰੋ, ਤੁਹਾਡੇ ਹੱਥ ਵਿੱਚ ਇਹ ਕੋਈ ਵੱਡੀ ਗੱਲ ਨਹੀਂ ਹੈ। ਤੇ ਬਾਬਾ ਰਾਮ ਰਾਏ ਨੇ ਮੰਨਿਆ ਬਚਨ, ਕਹਿਣ ਲੱਗੇ ਚੱਲ ਤੂੰ 24 ਘੰਟਿਆਂ ਵਾਸਤੇ ਜਵਾਨ ਹੋ ਗਿਆ, ਇਹ ਸਾਡਾ ਬਚਨ ਹੈ। ਬਚਨ ਕਰਨ ਦੀ ਢੇਰ ਹੈ, ਬਾਦਸ਼ਾਹ ਤੇ ਜਵਾਨੀ ਆ ਗਈ। ਉਸੇ ਤਰ੍ਹਾਂ ਜਵਾਨੀ ਵਾਲੇ ਸਾਰੀਆਂ ਤਾਕਤਾਂ ਉਹਦੇ ਵਿੱਚ ਆ ਗਈਆਂ। ਕਹਿਣ ਤੋਂ ਭਾਵ ਵੀ ਜੋ ਔਰੰਗਜ਼ੇਬ ਕਹਿੰਦਾ ਹੈ ਬਾਬਾ ਰਾਮ ਰਾਏ ਜੀ ਉਸੇ ਤਰ੍ਹਾਂ ਕਰਦੇ, ਕਈ ਕਰਾਮਾਤਾਂ ਦਿਖਾਉਂਦੇ ਹਨ। ਅਤੇ 13,000 ਰੁਪਈਆ ਰੋਜ਼ ਬਾਦਸ਼ਾਹ ਔਰੰਗਜ਼ੇਬ ਦੇ ਕੋਲੋਂ ਬਾਬਾ ਰਾਮ ਰਾਏ ਨੂੰ ਮਿਲਦਾ। ਰੋਜ਼ 13,000 ਰੁਪਈਆ, ਮੰਨ ਲਓ ਪੈਨਸ਼ਨ ਹੀ ਲੱਗ ਗਈ ਵੀ ਰੋਜ਼ ਇੰਨੇ ਪੈਸੇ ਤੇਰੇ ਕੋਲ ਤੇਰੇ ਡੇਰੇ ਵਿੱਚ ਆਉਣਗੇ, ਤੂੰ ਇਹਨਾਂ ਪੈਸਿਆਂ ਦੇ ਨਾਲ ਆਪਣੇ ਸੁੱਖ ਆਨੰਦ ਲੈਣਾ ਕਰ। ਇਹ ਬਾਦਸ਼ਾਹ ਔਰੰਗਜ਼ੇਬ ਦੇ ਵੱਲੋਂ ਰੋਜ਼ ਇੰਨੀ ਮਾਇਆ ਬਾਬਾ ਰਾਮ ਰਾਏ ਨੂੰ ਦਿੱਤੀ ਜਾਂਦੀ ਹੈ। ਤੇ ਉਸ ਪੈਸੇ ਦੇ ਨਾਲ ਬਾਬਾ ਰਾਮ ਰਾਏ ਜੀ ਆਪਣੀ ਸੰਗਤ ਨੂੰ ਅੱਗੇ ਵਧਾਉਂਦੇ, ਹੋਰ ਵਧਾਉਂਦੇ। ਉਸ ਮਾਇਆ ਦੇ ਨਾਲ ਉਹਨਾਂ ਨੇ ਆਪਣੇ ਬੜੀ ਜ਼ਿਆਦਾ ਸ਼ਰਧਾਲੂ ਸੰਗਤ ਜੋੜ ਲਏ ਹਨ। ਇਸ ਵੇਲੇ ਰਾਮ ਰਾਏ ਦੇ ਕੋਲ ਜ਼ਮੀਨ ਵੀ ਤੁਹਾਡੇ ਨਾਲੋਂ ਜ਼ਿਆਦਾ ਹੈ, ਸੰਗਤ ਵੀ ਤੁਹਾਡੇ ਨਾਲੋਂ ਜ਼ਿਆਦਾ ਹੈ ਤੇ ਨਾਮ ਵੀ ਰਾਮ ਰਾਏ ਦਾ ਹੀ ਤੁਹਾਡੇ ਨਾਲੋਂ ਜ਼ਿਆਦਾ ਹੈ। ਪਰ ਇਹ ਸਭ ਕੁਝ ਤਾਂ ਹੋਇਆ ਕਿਉਂਕਿ ਰਾਮ ਰਾਏ ਨੇ ਔਰੰਗਜ਼ੇਬ ਦੀ ਗੱਲ ਮੰਨੀ ਹੈ। ਬਾਦਸ਼ਾਹ ਦੇ ਕੋਲੋਂ ਰੋਜ਼ ਤਨਖਾਹ ਲੈਂਦਾ, ਬਾਦਸ਼ਾਹ ਦੀ ਕਚਹਿਰੀ ਵਿੱਚ ਸਭ ਤੋਂ ਉੱਚੀ ਕੁਰਸੀ ਤੇ ਆ ਕੇ ਬੈਠਦਾ ਹੈ। ਰਾਮ ਰਾਏ ਦੇ ਮੁਖੋਂ ਨਿਕਲਿਆ ਹੋਇਆ ਬਚਨ ਇੱਕ ਹਿਸਾਬ ਦਾ ਸ਼ਾਹੀ ਫਰਮਾਨ ਬਣ ਜਾਂਦਾ ਹੈ। ਇਸ ਵੇਲੇ ਰਾਮ ਰਾਏ ਦੇ ਕੋਲ ਬੜੀਆਂ ਵਸਤੂਆਂ, ਬੜੇ ਸੁੱਖ ਨੇ ਤੇ ਮਹਾਰਾਜ ਤੁਹਾਡਾ ਨਹੀਂ ਜੀ ਚਾਹੁੰਦਾ ਵੀ ਜਿਵੇਂ ਤੁਹਾਡਾ ਪੋਤਰਾ ਆਨੰਦ ਲੈਂਦਾ ਪਿਆ, ਸੁੱਖ ਲੈਂਦਾ ਪਿਆ, ਤੁਸੀਂ ਵੀ ਉਸੇ ਤਰ੍ਹਾਂ ਸੁੱਖ ਲੈਣਾ ਕਰੋ। ਤੇ ਮਹਾਰਾਜ ਤੁਸੀਂ ਵੀ ਉਹਦੇ ਵਰਗੇ ਬਣੋ ਨਾ, ਆਪਣੇ ਪੋਤਰੇ ਤੋਂ ਕਿਉਂ ਪਿੱਛੇ ਰਹਿ ਗਏ ਹੋ? ਤੁਹਾਨੂੰ ਵੀ ਬਾਦਸ਼ਾਹ ਉਸੇ ਤਰ੍ਹਾਂ 13,000 ਰੁਪਇਆ ਰੋਜ਼ ਲੈ ਲਵੋ ਤਾਂ ਵੀ ਦੇਣ ਨੂੰ ਤਿਆਰ ਹੈ। ਜਿੰਨੀ ਮਰਜ਼ੀ ਜਗੀਰ ਜਾਇਦਾਦ ਮੰਗੋ ਉਹ ਵੀ ਦੇਣ ਨੂੰ ਤਿਆਰ ਹੈ। ਤੁਹਾਡਾ ਪੋਤਰਾ ਆਨੰਦ ਲੈਂਦਾ ਪਿਆ, ਬਾਦਸ਼ਾਹ ਜੀ ਤੁਸੀਂ ਵੀ ਆਨੰਦ ਲੈਣਾ ਕਰੋ। ਮਹਾਰਾਜ ਜੇ ਇਹ ਦੋਵੇਂ ਗੱਲਾਂ ਨਹੀਂ ਮੰਨੀਆਂ, ਇਹਨਾਂ ਨੇ ਦੋ ਗੱਲਾਂ ਦੱਸੀਆਂ। ਪਹਿਲੀ ਗੱਲ ਇਹ ਆ ਵੀ ਇਸਲਾਮ ਕਬੂਲ ਕਰੋ ਤੇ ਜਿੰਨੇ ਸੁੱਖ ਨੇ ਲੈ ਲਵੋ। ਦੂਜੀ ਗੱਲ ਇਹ ਹੈ ਵੀ ਸ਼ਕਤੀ ਵਿਖਾਓ, ਕਰਾਮਾਤ ਵਿਖਾਓ ਤੇ ਸੁੱਖ ਲਵੋ। ਪਰ ਜੇ ਤੁਹਾਨੂੰ ਇਹ ਦੋਵੇਂ ਗੱਲਾਂ ਮਨਜ਼ੂਰ ਨਹੀਂ ਵੀ ਨਾ ਤੇ ਅਸੀਂ ਕਰਾਮਾਤ ਵਿਖਾਉਣੀ ਹੈ ਤੇ ਨਾ ਅਸੀਂ ਮੁਸਲਮਾਨ ਬਣਨਾ, ਤੇ ਫਿਰ ਇੱਕ ਹੋਰ ਗੱਲ ਜਿਹੜੀ ਪਿੱਛੇ ਰਹਿ ਗਈ ਹੈ ਉਹ ਤੁਹਾਨੂੰ ਦੱਸਦੇ ਹਾਂ। ਤੇ ਤੁਸੀਂ ਆਪਣੇ ਪ੍ਰਾਣਾਂ ਨੂੰ, ਆਪਣੀ ਜਾਨ ਨੂੰ ਫਿਰ ਆਪ ਜੋਖਮ ਦੇ ਵਿੱਚ ਪਾਉਣਾ। ਇਹਦੇ ਵਿੱਚ ਫਿਰ ਸਾਡਾ ਕਸੂਰ ਕੋਈ ਨਹੀਂ। ਕੱਲ ਨੂੰ ਸਾਨੂੰ ਨਾ ਕਿਹੋ ਵੀ ਅਸੀਂ ਤੁਹਾਨੂੰ ਦੁੱਖ ਦਿੱਤਾ, ਬਿਲਕੁਲ ਨਹੀਂ। ਅਸੀਂ ਤੁਹਾਨੂੰ ਮੌਕਾ ਦੇ ਰਹੇ ਹਾਂ। ਜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹੋ ਮੁਸਲਮਾਨ ਬਣ ਜਾਵੋ, ਜਾਨ ਬਚਾਉਣੀ ਚਾਹੁੰਦੇ ਹੋ ਤੇ ਕਰਾਮਾਤ ਵਿਖਾ ਦਿਓ। ਪਰ ਜੇ ਤੁਹਾਨੂੰ ਦੋਵੇਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਵੀ ਮੈਂ ਕਰਾਮਾਤ ਵੀ ਨਹੀਂ ਵਿਖਾਉਣੀ ਅਤੇ ਮੈਂ ਇਸੇ ਤਰ੍ਹਾਂ ਇਸਲਾਮ ਵੀ ਕਬੂਲ ਨਹੀਂ ਕਰਨਾ, ਤੇ ਫਿਰ ਤੁਸੀਂ ਇਹ ਗੱਲ ਜਾਣ ਲਓ ਵੀ ਤੁਸੀਂ ਆਪਣੇ ਜਾਨ ਦੇ ਖੁਦ ਵੈਰੀ ਬਣ ਗਏ ਹੋ, ਤੁਸੀਂ ਆਪਣੇ ਆਪ ਨੂੰ ਖੁਦ ਮਾਰਨ ਲੱਗੇ ਹੋ। ਇਹ ਤੁਹਾਡੇ ਆਪਣੇ ਹੱਥ ਵਿੱਚ ਫੈਸਲਾ ਹੈ। ਤੇ ਫਿਰ ਬਾਦਸ਼ਾਹ ਤੁਹਾਨੂੰ ਜਿਉਂਦਾ ਨਹੀਂ ਛੱਡੇਗਾ। ਇਹ ਗੱਲ ਸਾਡੇ ਕੋਲੋਂ ਲਿਖਵਾ ਕੇ ਲੈ ਲਵੋ। ਅਸੀਂ ਇਹ ਗੱਲ ਗਰੰਟੀ ਨਾਲ ਕਹਿ ਸਕਦੇ ਹਾਂ, ਜੇ ਤੁਸੀਂ ਬਾਦਸ਼ਾਹ ਦਾ ਕਹਿਣਾ ਨਾ ਮੰਨਿਆ ਉਹ ਤੁਹਾਨੂੰ ਜਿਉਂਦਾ ਨਹੀਂ ਇੱਥੋਂ ਜਾਣ ਦੇਵੇਗਾ, ਉਸਨੇ ਫਿਰ ਤੁਹਾਨੂੰ ਮਾਰ ਦੇਣਾ ਹੈ। ਇਸ
गल नूं समझ लेना करो। हड्डी का गनी है वही क्योंकि बादशाह बहुत ज़्यादा जिद्दी है, बड़ी ज़्यादा जिद रखता अपने मन में, तो जिहड़ी वो जिद पुगा लैंदा वो पूरी करता। इस करके उन्हें अपनी जिद छड्डनी नहीं है। औरंगजेब ने सवाल भी किया सी गुरु तेग बहादुर पातशाह नूं एक वेले, कहन लगा महाराज तुसीं अपना नाम तेग बहादुर रखिया है, पर तेग दी बहादरी ते कदे करके विखाई नहीं। तेग नाम तलवार दा ही है ना, तुसीं कदे बहादरी ते विखाई नहीं, ते नाम तुसीं अपना तेग बहादुर रखिया होया। महाराज कहन लगे औरंगजेब समा आवेगा ना ते असीं तैनूं भी बहादरी करके विखावांगे। जिहड़ी तलवार दा तू मान करदा है, तेरी तलवार ते धागा नहीं कट सकेगी, साडा सीस उसने की कट देना है। बादशाह ये गल सुन के बड़ा हैरान होया भी ये गल की आखी है। महाराज कहन लगे अपनी तलवार दे अगे एक कागज का टुकड़ा बन, उस कागज के उपर एक बरीक धागा बन, उस तलवार का साडे सीस ते वार करी। जे तेरी तलवार उस धागे ते उस कागज नूं कट गई तो समझ ले भी असी तेग बहादुर नहीं, तो जे ना कट सकी तो समझ ली भी तेरी हार हो गई है तो साडी जित हो गई है। ये तू करके वेख लवी तो तैनूं यकीन आ जाएगा। तो जदों बादशाह ने सज़ा सुनाई ना, काजी ने आके भी इन्हां दा सिर कलम किया जाए, इन्हां दा सिर ला लिया जाए धड़ दे नालों, तो उस वेले जलाद नूं आखिया गया ऐ जलाद तलवार दे अगे कागज बन ते कागज दे उपर धागा बन, ते वो तलवार दा वार इन्हां दी धौण ते कर, ताकि पता लगे औरंगजेब दी तलवार धौण भी वढ़ सकती है, धागे कागज ते उहदे अगे की चीज़ ने। ते कहन लगे जलाद ने इस तरह किया। तो जदों धागे तलवार दे उपर कागज बन के उपर धागा बन के जलाद वार करन लगा ना महाराज दी गर्दन दे उपर, तो इतिहासकार कहते ने तलवार जिहड़ी वो महाराज दी गर्दन तक नहीं पहुंची, पातशाह ने पहला ही अपना सीस धड़ नालों वखरा कर लिया। तो बादशाह दी तलवार दे उपर उस तरह ही धागा बद्धा रह गया, उस तरह ही कागज बद्धा रह गया, वो तलवार धागे नूं नहीं कट सकी। पातशाह दे बचन सन, कहन लगा भी तुसीं तेग बहादुर क्यों कहंदे हो, तेग दी बहादरी कदे करके ते विखाई नहीं। महाराज कहंदे समा आवेगा औरंगजेब, ये तेरी इच्छा पूरी कर देंगे, तैनूं असीं विखा देंगे असीं किड्डे को बहादुर हाँ। जिस तेग ते तू मान करदा तैनूं भी पता लग जाएगा, तेरी तेग ते कागज नहीं कट सकती, धागा नहीं कट सकेगी, साडा सीस कटना तो बड़ी दूर की गल है। ये बचन गुरु तेग बहादुर पातशाह ने आखे सन और महाराज ने इस तरह करके विखाया। तो बादशाह झूठा पै गया भी महाराज ने जिहड़े बचन कहे वो बिल्कुल सच्चे ने, वाकई ही वो तेग दे बहादुर, ते मैं ते केवल गल्लां जोगा ही हाँ। इत्थे बचन आ गया, कहन लगे भी जां ते सतगुरु जी गल मन लवो, नहीं तो बादशाह बहुत हठी है, बड़ा जिद वाला, वो अपनी जिद पूरी करके छड्डेगा। ये वजीर होर महाराज नूं किहड़े किहड़े डरावे दिंदे ने, बादशाह दे वल्लों किहड़ियां किहड़ियां गल्लां कहणगे और गुरु तेग बहादुर पातशाह महाराज जी किवें जवाब दिंदे ने। ये तो हाले बादशाह दीयां गल्लां सुनियां ने, अगों गुरु तेग बहादुर महाराज ने उत्तर देने ने। की उत्तर देणगे पातशाह जी, ये आपां अगले दीवान विच सरवण करांगे। समय की समाप्ति, भुलां दी मुआफ़ी, लेखा कतह न छूटी है, बख्शन हार बख्श लै। वाहिगुरु जी का खालसा, वाहिगुरु जी की फतेह। आप संगतां दे चरणां विच